मैं उन्हें मेरे ते बड़े गंदे इल्जाम लाए। चलो अल्लाह आपको इज्जत दे। दोस्तों लालच बुरी बला है। मेरे ख्वाब ਜਿਹੜੇ ਨੇ ਉਹ ਬੜੇ ਉੱਚੇ ਸਨ। ਮੈਂ ਡਰਾਮੇ ਫਿਲਮਾਂ ਬੜੇ ਸ਼ੌਕ ਨਾਲ ਵੇਖਦੀ ਨਹੀਂ ਸਾਂ ਤੇ ਮੇਰਾ ਜਿਵੇਂ ਡਰਾਮੇ 'ਚ ਹੁੰਦਾ ਹੈ ਇੱਕ ਹੀਰੋ ਆਉਂਦਾ ਹੈ ਤੇ ਉਹ ਇੱਕ ਕੁੜੀ ਨੂੰ ਪਸੰਦ ਕਰਦਾ ਹੈ, ਬੜਾ ਅਮੀਰ ਹੁੰਦਾ ਹੈ, ਗਰੀਬ ਘਰਾਣੇ ਦੀ ਕੁੜੀ ਹੁੰਦੀ ਹੈ, ਪਸੰਦ ਕਰਦਾ ਹੈ, ਉਹਦੇ ਨਾਲ ਵਿਆਹ ਕਰ ਲੈਂਦਾ ਹੈ ਤੇ ਫਿਰ ਆਪਣੀ ਜਿਹੜੀ ਜ਼ਿੰਦਗੀ ਨਾ ਹੱਸੀ ਖੁਸ਼ੀ ਬਸਰ ਕਰਦੇ ਨੇ। ਮੇਰਾ ਵੀ ਇੰਝ ਸ਼ੌਕ ਸੀ। ਮੈਂ ਰਹਿੰਦੀ ਤੇ ਗਰੀਬ ਤਬਕੇ 'ਚ ਹਾਂ, ਪਰ ਜਿਹੜੇ ਮੇਰੇ ਸ਼ੌਕ ਸਨ ਉਹ ਬੜੇ ਉੱਚੇ ਉੱਚੇ ਸਨ। ਮੇਰਾ ਵੀ ਇਹੀ ख्वाब ਸੀ ਕਿ ਕੋਈ ਅਮੀਰ ਜਿਹਾ ਮੁੰਡਾ ਆਏ ਤੇ ਮੈਨੂੰ ਵਿਆਹ ਕਰਾ ਕੇ ਤੇ ਆਪਣੇ ਨਾਲ ਲਾਈਏ ਤੇ ਜਿਹੜਾ ਮੇਰਾ ਲਾਈਫ ਸਟਾਈਲ ਹੈ ਉਹ ਜਿਹੜਾ ਬਦਲ ਜਾਏ। ਮੇਰੇ ਘਰ ਵਾਲਿਆਂ ਨੇ ਮੇਰੀ ਸ਼ਾਦੀ ਮੇਰੇ ਨਾਲ ਹੋਇਆ ਕੁਛ ਇੰਝ ਕਿ ਮੇਰੇ ਘਰ ਵਾਲਿਆਂ ਨੇ ਸ਼ਾਦੀ ਜਿਹੜੀ ਮੇਰੀ ਨਾਲ ਗਰੀਬ ਘਰਾਣੇ 'ਚ ਕਰਤੀ। ਉਹਨਾਂ ਨੇ ਕਿਹਾ ਬੇਟਾ ਅਸੀਂ ਗਰੀਬ ਤਬਕੇ ਦੇ ਲੋਕ ਹਾਂ ਅਤੇ ਅਸੀਂ ਅਮੀਰਾਂ ਦੇ ਨਾਲ ਨਹੀਂ ਤੁਰ ਸਕਦੇ ਅਤੇ ਤੇਰਾ ਜਿਹੜਾ ਵਿਆਹ ਹੈ ਉਹ ਵੀ ਅਸੀਂ ਕਿਸੇ ਗਰੀਬ ਤਬਕੇ 'ਚ ਨਾਰਮਲ ਫੈਮਿਲੀ ਵੇਖ ਹਾਂਜੀ। ਉਹਨਾਂ ਨੇ ਮੇਰਾ ਨਾਰਮਲ ਫੈਮਿਲੀ 'ਚ ਨਾਂ ਸੀ, ਸ਼ੋਹਰ ਦਾ ਕੀ ਨਾਂ ਸੀ? ਹਮਾਦ। ਤੇ ਤੁਹਾਡੇ ਜਿਹੜੇ ਰਿਸ਼ਤੇ ਆਉਂਦੇ ਸਨ ਉਹ ਅਮੀਰ ਘਰਾਂ ਵਿੱਚੋਂ ਆਉਂਦੇ ਸਨ ਕਿ ਬਸ ਮਹੱਲੇ ਜਾਂ ਇਲਾਕੇ ਜਾਂ ਰਿਸ਼ਤੇਦਾਰਾਂ ਦੇ ਵਿੱਚੋਂ ਆਉਂਦੇ ਸਨ? ਇੱਕ ਜਿਹੜੇ ਰਿਸ਼ਤੇ ਵਾਲੇ ਮੇਰੇ ਪਾਪਾ ਨੇ ਕਿਹਾ ਸੀ ਕਿ ਸਾਨੂੰ ਚੰਗੇ ਰਿਸ਼ਤੇ ਵਹਾਈ, ਮਤਲਬ ਸਾਡੇ ਲੈਵਲ ਦੇ ਲੋਕ ਵਹਾਈ, ਬਹੁਤੇ ਉੱਚੇ ਲੋਕ ਨਾ ਵਹਾਈ। ਅਤੇ ਉਹਨੇ ਕਿਹਾ ਠੀਕ ਹੈ। ਮੈਂ ਉਹਨੂੰ ਵੱਖਰੇ ਪੈਸੇ ਦੇਣੇ ਸੀ, ਲੱਗਦਾ ਪੈਸੇ ਦੇਣੇ ਸਾਂ ਕਿ ਬਾਅਦ ਰਿਸ਼ਤੇ ਵਾਲੀ ਨੂੰ ਕਿ ਤੁਸੀਂ ਜਿਹੜਾ ਨਾ ਇਹ ਜੋ ਕੋਈ ਰਿਸ਼ਤਾ ਲੈ ਕੇ ਆਉਣਾ ਤਾਂ ਉੱਚੇ ਘਰ ਦਾ ਰਿਸ਼ਤਾ ਲੈ ਕੇ ਆਉਣਾ, ਮੁੰਡਾ ਸੋਹਣਾ ਹੋਏ, ਕੰਮ ਕਾਜ ਉਹਦਾ ਆਪਣਾ ਹੋਏ, ਘਰ ਬਾਹਰ ਵੀ ਉਹਦਾ ਆਪਣਾ ਹੋਏ। ਤੁਸੀਂ ਪੈਸੇ ਦਿੰਦੇ ਸੀ ਰਿਸ਼ਤੇ ਵਾਲੀ ਨੂੰ? ਹਾਂਜੀ। ਉਹ ਮੈਨੂੰ ਕਹਿੰਦੀ ਸੀ ਠੀਕ ਹੈ ਮਰੀਮ ਜੈਨ ਤੂੰ ਕਹੇਂਗੀ ਨਾ ਉਂਝ ਹੀ ਹੋਏਗਾ। ਮੈਂ ਘਰ ਨਹੀਂ ਸਾ ਹੁੰਦੀ ਹੈ, ਮੈਂ ਮਤਲਬ ਕਿ ਇੱਧਰ ਕਦੇ ਤੁਰ ਜਾਣਾ, ਕਦੇ ਉੱਧਰ ਤੁਰ ਜਾਣਾ, ਸਹੇਲੀਆਂ ਸਹੂਲੀਆਂ ਦੇ ਘਰ ਤੁਰ ਜਾਣਾ। ਉਹ ਜਦੋਂ ਆਉਂਦੀ ਉਹਨੇ ਕਹਿਣਾ ਕਿ ਇਹ ਠੀਕ ਹੈ। ਮੇਰੇ ਪਾਪਾ ਨੂੰ ਕਹਿੰਦੀ ਕਿ ਜੈਨ ਤੁਸੀਂ ਕਹਿੰਦੇ ਉਹਦਾ ਰਿਸ਼ਤਾ ਹੈ, ਮੈਨੂੰ ਕਹਿੰਦੀ ਜੈਨ ਤੂੰ ਕਹਿੰਦੀ ਹੋਣ ਦਾ ਰਿਸ਼ਤਾ ਹੈ। ਜਦੋਂ ਮੇਰੀ ਮੰਗਣੀ ਹੋ ਗਈ ਮੈਨੂੰ ਉਹਨੇ ਕਿਹਾ ਕਿ ਮਰੀਮ ਜੈਨ ਦਾ ਤੂੰ ਕਿਹਾ ਸੀ ਉੱਚੇ ਘਰ ਦੇ ਲੋਕ ਨੇ ਅਤੇ ਮਤਲਬ ਸਭ ਕੁਝ ਠੀਕ, ਮੁੰਡਾ ਕੰਮ ਕਾਜ ਹੀ ਕਰਦਾ ਹੈ, ਸਭ ਕੁਝ ਠੀਕ ਹੈ, ਸੋਹਣਾ ਮੁੰਡਾ ਹੈ। ਮੈਂ ਵੀ ਬੜੀ ਖੁਸ਼ ਹੋ ਗਈ, ਲੱਗਦਾ ਅੱਲਾ ਨੇ ਮੇਰੀ ਸੁਣ ਲਈ ਹੈ। ਪਰ ਮੈਨੂੰ ਕੀ ਪਤਾ ਸੀ ਕਿ ਜਿਹੜੀ ਰਿਸ਼ਤੇ ਵਾਲੀ ਉਹ ਝੂਠ ਮਾਰਨ ਦੀ ਹੈ। ਜਦੋਂ ਮੇਰਾ ਰਿਸ਼ਤਾ ਹੋ ਗਿਆ, ਜਦੋਂ ਸ਼ਾਦੀ ਵਾਲੇ ਦਿਨ ਮੁਕਰਰ ਹੋ ਗਏ, ਫਿਰ ਮੈਨੂੰ ਪਤਾ ਚੱਲਿਆ ਕਿ ਮੇਰੀ ਸਹੇਲੀ ਨੇ ਦੱਸਿਆ ਉਹ ਮੁੰਡਾ ਤੇ ਮੇਰਾ ਮਤਲਬ ਮੇਰੇ ਭਾਈ ਦਾ ਜਿਹੜਾ ਉਹ ਦੋਸਤ ਹੈ। ਅਤੇ ਉਹਨੂੰ ਪੁੱਛਿਆ ਕਿ ਭਾਈ ਇਹ ਠੀਕ ਠਾਕ ਨੇ? ਉਹਨੇ ਕਿਹਾ ਨਹੀਂ ਬਸ ਨਾਰਮਲ ਜੀ ਨੌਕਰੀ ਕਰਦੇ ਨੇ, ਸਾਡੇ ਤਬਕੇ ਦੇ ਗਰੀਬ ਤਬਕੇ ਦੇ ਲੋਕ ਨੇ, ਉਹ ਵੀ ਬਹੁਤੇ ਅਮੀਰ ਨਹੀਂ ਹੈ। ਮੈਨੂੰ ਦਿਲੋਂ ਹੀ ਬੜਾ ਦੁੱਖ ਹੋਇਆ ਕਿ ਰਿਸ਼ਤੇ ਵਾਲੀ ਨੇ ਮੇਰੇ ਨਾਲ ਇੰਝ ਕਿਉਂ ਕੀਤਾ। ਉਹਨੇ ਪੈਸੇ ਵੀ ਦਿੱਤੇ ਸਨ ਪਰ ਉਹਨੇ ਫਿਰ ਵੀ ਮੇਰੀ ਗੱਲ ਨਹੀਂ ਸੁਣੀ। ਉਹਨੇ ਮੇਰੇ ਨਾਲ ਝੂਠ ਮਾਰਿਆ, ਧੋਖਾ ਦਿੱਤਾ ਮੈਨੂੰ। ਮੈਂ ਰਿਸ਼ਤੇ ਵਾਲੀ ਨੂੰ ਬੜੀ ਕੋਸ਼ਿਸ਼ ਕੀਤੀ ਲੱਭਣ ਦੀ ਪਰ ਮੈਨੂੰ ਉਹ ਨਹੀਂ ਮਿਲੀ। ਖੈਰ ਮੈਂ ਆਪਣੇ ਘਰ ਵਾਲਿਆਂ ਨੂੰ ਨਹੀਂ ਸਾਂ ਕਹਿ ਸਕਦੀ ਕਿ ਮੈਂ ਰਿਸ਼ਤੇ ਵਾਲੇ ਨੂੰ ਪੈਸੇ ਦੇਣੀ ਸਾਂ ਅਤੇ ਉਹਨੇ ਮੇਰੇ ਨਾਲ ਝੂਠ ਮਾਰਿਆ। ਅਤੇ ਜਦੋਂ ਸ਼ਾਦੀ ਹੋ ਗਈ ਕੁਛ ਦਿਨ ਗੁਜ਼ਰੇ ਅਤੇ ਮੇਰੇ ਜਿਹੜੇ ਸ਼ੋਹਰ ਨੇ ਉਹਨਾਂ ਦੀ ਤਬੀਅਤ ਖਰਾਬ ਰਹਿਣਾ ਸ਼ੁਰੂ ਹੋ ਗਈ। ਇੰਨੀ ਤਬੀਅਤ ਖਰਾਬ ਹੋ ਗਈ ਕਿ ਉਹ ਕੰਮ ਕਾਰ ਨਹੀਂ ਸਨ ਕਰ ਸਕਦੇ ਅਤੇ ਉਹਨਾਂ ਦੀਆਂ ਦਵਾਈਆਂ ਜਿਹੜੀਆਂ ਸਨ ਉਹ ਪੂਰੀਆਂ ਨਹੀਂ ਸਨ ਹੁੰਦੀਆਂ। ਫਿਰ ਮੈਨੂੰ ਕਿਤੇ ਜਾ ਕੇ ਅਤੇ ਨੌਕਰੀ ਕਰਨੀ ਪਈ। ਉੱਥੇ ਕੋਲ ਲਿਬਰਟੀ ਮਾਰਕੀਟ ਸੀ, ਉੱਥੇ ਮੈਂ ਨੌਕਰੀ ਕਰਨ ਗਈ ਕਿਸੇ ਆਫਿਸ ਕੱਪੜਿਆਂ ਦੀ ਦੁਕਾਨ 'ਤੇ। ਮੈਨੂੰ ਪਹਿਲੇ ਮੈਂ ਆਫਿਸ ਗਈ, ਉੱਥੇ ਆਪਣੀ ਮਤਲਬ ਕਿ ਦੱਸਿਆ ਕੋਈ ਮੈਨੂੰ ਇੰਝ ਜ਼ਰੂਰਤ ਹੈ। ਉਹਨਾਂ ਨੇ ਆਖਿਆ ਤੁਹਾਨੂੰ ਕਿਸੇ ਕੱਪੜੇ ਦੀ ਮਾਰਕੀਟ 'ਤੇ ਲਵਾ ਦਿੰਦੇ ਹਾਂ। ਮੈਨੂੰ ਉਹਨਾਂ ਨੇ ਕਿਸੇ ਕੱਪੜਿਆਂ ਵਾਲੀ ਮਾਰਕੀਟ 'ਤੇ ਲਵਾਤਾ। ਮੈਂ ਉੱਥੇ ਉਹਨਾਂ ਦੇ ਰੂਲ ਸਨ ਕਿ ਤੁਸੀਂ ਇੰਝ ਦੇ ਕੱਪੜੇ ਪਾ ਕੇ ਆਉਣੇ ਨੇ, ਇੰਝ ਤਿਆਰ ਹੋ ਕੇ ਆਉਣਾ। ਉਹਨਾਂ ਦਾ ਮਤਲਬ ਆਪਣਾ ਇੱਕ ਗੈਟਅਪ ਸੀ। ਮੈਂ ਜਦੋਂ ਜਾਂਦੀ ਉੱਥੇ ਅਤੇ ਇੱਕ ਦਿਨ ਅਚਾਨਕ ਉਹਨਾਂ ਦਾ ਮੈਨੇਜਰ ਆਇਆ ਅਤੇ ਉਹ ਮਤਲਬ ਉਹ ਕੱਪੜਿਆਂ ਦੇ ਬਾਰੇ ਪੁੱਛਣ ਲੱਗ ਪਿਆ। ਉਹਨੂੰ ਮੈਂ ਦੱਸਿਆ ਕਿ ਮੈਂ ਹੱਲੇ ਨਾ ਸਿਰ ਨਵੀਂ ਆਈ ਹਾਂ ਅਤੇ ਮੈਨੂੰ ਨਾ ਇਹਦੇ ਬਾਰੇ 'ਚ ਬਹੁਤਾ ਕੁਛ ਨਹੀਂ ਪਤਾ। ਅਤੇ ਮੈਨੂੰ ਕਹਿੰਦਾ ਕਿ ਤੂੰ ਮਤਲਬ ਉਹਨੇ ਮੇਰੇ ਕੋਲ ਸਾਰਾ ਕੁਛ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ ਫਲਾਂ ਅਤੇ ਮੈਨੂੰ ਨਹੀਂ ਸੀ ਪਤਾ ਕਿ ਮਤਲਬ ਉਹਦਾ ਜਿਹੜਾ ਦੋਸਤ ਹੈ ਉਹਨੂੰ ਪਤਾ ਸੀ ਕਿ ਮੈਂ ਸ਼ਾਦੀशुदा ਹਾਂ। ਫਿਰ ਹੀ ਮਤਲਬ ਕਿ ਉਹਨੇ ਮੈਨੂੰ ਆਪਣੀ ਤਰਫ ਮਾਲ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਮੈਨੇਜਰ ਵੀ ਸੋਹਣਾ ਸੀ ਅਤੇ ਮੈਨੂੰ ਵੀ ਉਹ ਪਸੰਦ ਆ ਗਿਆ। ਗੱਡੀ ਛੱਡੀ ਵੀ ਸੀ ਉਹਦੇ ਕੋਲ? ਹਾਂਜੀ ਗੱਡੀ ਛੱਡੀ ਵੀ ਸੀ। ਪੈਸਾ ਵੀ ਸੀ? ਹਾਂਜੀ। ਮਤਲਬ ਕਿ ਸੋਹਣਾ। ਖੁੱਲ੍ਹ ਕੇ ਦੱਸੋ ਨਾ, ਜਿਹੜੀ ਗੱਲ ਤੁਸੀਂ ਮੈਨੂੰ ਪਹਿਲੇ ਦੱਸੀ ਸੀ ਉਹ ਖੁੱਲ੍ਹ ਕੇ ਦੱਸੋ। ਮਤਲਬ ਕਿ ਉਹ ਸੋਹਣਾ ਸੀ, ਗੱਡੀ ਛੱਡੀ ਵੀ ਸੀ ਉਹਦੇ ਕੋਲ, ਪੈਸਾ ਵੀ ਉਹਦੇ ਕੋਲ ਹੈ ਸੀ ਅਤੇ ਮੈਨੂੰ ਬੜਾ ਪਸੰਦ ਆਇਆ ਕਿ ਮੈਂ ਚਾਹੁੰਦੀ ਸਾਂ ਕਿ ਇੰਝ ਦੇ ਮੁੰਡੇ ਦੇ ਨਾਲ ਮੇਰੀ ਸ਼ਾਦੀ ਹੋਏ ਅਤੇ ਪਰ ਮੇਰੀ ਸ਼ਾਦੀ ਕਿੱਥੇ ਹੋ ਗਈ ਹੈ। ਮੈਂ ਬੜਾ ਪਛਤਾਉਂਦੀ ਸਾਂ ਕਿ ਮੈਂ ਆਪਣੀ ਸ਼ਾਦੀ ਕਿਉਂ ਉੱਥੇ ਕਰਾ। ਵਿਆਹ ਕਰਕੇ ਵੀ ਮੈਂ ख्वाब ਬੜੇ ਦੇਖੇ ਲੇਕਿਨ ਅੱਗੇ ਕੰਮ ਕਰਨਾ ਪੈ ਗਿਆ। ਹਾਂਜੀ। ਮਤਲਬ ਕਿ ਜਿਹੜੀ ਜ਼ਿੰਮੇਦਾਰੀ ਤੋਂ ਪਿੱਛੇ ਛੱਡਣਾ ਚਾਹੁੰਦੇ ਸਾਂ ਅੱਗੇ ਆ ਕੇ ਫਿਰ ਉਹ ਸਿਰ 'ਤੇ ਪੈ ਗਈ ਹੈ। ਮੇਰੀ ਇੱਕ ਦੋਸਤ ਨਾਲ ਇੱਕ ਦਿਨ ਉਹਦਾ ਮੈਸੇਜ ਆਇਆ ਹੈਲੋ ਦਾ। ਮੇਰਾ ਵੀ ਦਿਲ ਕੀਤਾ ਉਹਦੇ ਨਾਲ ਗੱਲ ਕਰਨ 'ਤੇ। ਮੈਂ ਉਹਨੂੰ ਜਵਾਬ ਦਿੱਤਾ ਹਾਂਜੀ। ਤੁਹਾਡਾ ਪਹਿਲੇ ਹੀ ਦਿਲ ਕਰਦਾ ਸੀ ਉਹਦੇ ਨਾਲ? ਹਾਂਜੀ। ਮੈਨੂੰ ਸੋਹਣਾ ਸੀ, ਪੈਸਾ ਸੀ, ਜਿੰਝ ਮੈਂ ਚਾਹੁੰਦੀ ਸਾਂ ਮੁੰਡਾ ਹੋਏ ਉਂਝ ਦਾ ਮੁੰਡਾ ਸੀ। ਮੇਰੀ ਗੱਲਬਾਤ ਹੁੰਦੀ ਗਈ ਅਤੇ ਫਿਰ ਉਹਨੇ ਮੈਨੂੰ ਕਿਹਾ ਕਿ ਮੈਂ ਉਹਨੂੰ ਦੱਸਿਆ ਕਿ ਮੇਰੇ ਘਰ ਦੇ ਹਾਲਾਤ ਇੰਝ ਦੇ ਨੇ ਪਰ ਮੇਰਾ ਸ਼ੌਹਰ ਮੈਨੂੰ ਬੜਾ ਪਿਆਰ ਕਰਦਾ ਸੀ। ਉਹਨੇ ਮੈਨੂੰ ਬਿਮਾਰ ਵੀ ਸੀ ਨਾ ਅਤੇ ਫਿਰ ਜਦੋਂ ਮੈਨੂੰ ਕਹਿਣਾ ਨਾ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਤਾਂ ਉਹਨੇ ਕਹਿਣਾ ਠੀਕ ਹੋਈਏਗੀ। ਜਿੰਝ ਵੀ ਲਿਆਂਦਾ ਸੀ ਉਧਾਰ ਚੁੱਕ ਕੇ ਲਿਆਂਦਾ ਸੀ, ਜਿੰਝ ਵੀ ਉਹਨੇ ਮੈਨੂੰ ਕਦੀ ਵੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਆਉਣ ਦਿੱਤੀ ਹੈ।
ਪਰ ਮੈਂ ਉਹਦੀ ਕਦਰ ਨਾ ਕੀਤੀ। ਮੈਨੂੰ ਲੱਗਾ ਕਿ ਨਹੀਂ ਉਹ ਗਰੀਬ ਹੈ ਤੇ ਮੈਂ ਵੀ ਗਰੀਬ ਹੀ ਸਾਰੀ ਜ਼ਿੰਦਗੀ ਰਹਿਣਾ ਹੈ। ਪਰ ਲੱਗਦਾ ਕਿ ਮੈਂ ਖੁਦ ਨੂੰ ਬਦਲ ਸਕਦੀ ਹਾਂ, ਪਰ ਮੇਰੀ ਇਹ ਗਲਤ ਸੋਚ ਸੀ। ਉਦੋਂ ਪਤਾ ਨਹੀਂ ਸੀ, ਉਦੋਂ ਪੈਸੇ ਤੇ ਲਾਲਚ ਵਿੱਚ ਆ ਗਈ। ਮੈਨੂੰ ਉਹ ਮੈਨੇਜਰ ਨੇ ਕਿਹਾ ਕਿ ਤੂੰ ਮਰੀਮ ਮੇਰੇ ਨਾਲ ਵਿਆਹ ਕਰਾ ਲੈ। ਪਹਿਲਾਂ ਤਾਂ ਮੈਂ ਸੋਚਿਆ ਕਿ ਮੈਂ ਆਪਣੇ ਸ਼ੋਹਰ ਨੂੰ ਕਹਿਣ ਛੱਡ ਸਕਦੀ ਹਾਂ। ਮੇਰੇ ਸ਼ੋਹਰ ਨੂੰ ਸ਼ੱਕ ਪੈਣ ਲੱਗ ਪਿਆ ਕਿ ਮਰੀਮ ਜਿਹੜੀ ਨਾ ਬਾਹਰ ਕਿਤੇ ਮਤਲਬ ਕਿ ਉਹਦਾ ਇਹਦੀ ਗੱਲਬਾਤ ਚੱਲ ਹਾਂਜੀ, ਉਹਨੂੰ ਸ਼ੱਕ ਪੈ ਗਿਆ ਮੇਰੇ ਤੇ। ਜ਼ਾਹਰ ਹੈ ਜਦੋਂ ਕੋਈ ਪਸੰਦ ਆਈ ਹੈ ਤਾਂ ਤੁਸੀਂ ਉਹਦੀਆਂ ਗੱਲਾਂ ਮੰਨਦੇ ਹੋ, ਰਾਤ ਦੇਰ ਲੇਟ ਸੌਂਦੇ ਹੋ ਤੇ ਮਤਲਬ ਵੰਨ-ਸਵੰਨੇ ਕੱਪੜੇ ਪਾਉਂਦੇ ਹੋ ਤੇ ਮੈਨੂੰ ਪੈਸੇ ਵੀ ਬਹੁਤੇ ਮਤਲਬ ਕਿ ਮੇਰੀ ਜਿਹੜੀ ਉਹ ਤਨਖਾਹ ਤੁਹਾਡਾ ਖਾਣ ਪੀਣ ਵੀ ਰਹਿਣ ਸਹਿਣ ਤਬਦੀਲ ਹੋ ਗਿਆ। ਹਾਂਜੀ, ਸਾਰਾ ਕੁਝ ਠੀਕ ਹੋ ਗਿਆ। ਮੇਰਾ ਸ਼ੋਹਰ ਜਿਹੜਾ ਨਾ ਪਹਿਲੇ ਨਾਲ ਕਾਫੀ ਜ਼ਿਆਦਾ ਬਿਹਤਰ ਹੋ ਗਿਆ। ਉਹਨੇ ਕਿਹਾ ਮੈਂ ਤੇਰੇ ਸ਼ੋਹਰ ਦਾ ਇਲਾਜ ਕਰਾਵਾਂਗਾ, ਸਭ ਕੁਝ ਕਰਾਵਾਂਗਾ। ਮੈਂ ਬੜੀ ਖੁਸ਼ ਹੋਈ। ਮੈਂ ਕਿਹਾ ਬੰਦਾ ਤੇ ਬਹੁਤ ਚੰਗਾ ਹੈ। ਜਦੋਂ ਉਹਨੇ ਮੈਨੂੰ ਵਿਆਹ ਦਾ ਕਿਹਾ ਤੇ ਮੈਂ ਦਿਲ 'ਚ ਤੇ ਬੜੀ ਖੁਸ਼ ਹੋਈ ਕਿ ਮੈਨੂੰ ਇਹੋ ਜਿਹੇ ਮੈਂ ਬੰਦੇ ਨੂੰ ਚਾਹੁੰਦੀ ਸੀ ਤੇ ਮੇਰਾ ਉਹਦਾ ਵਿਆਹ ਹੋ ਗਿਆ। ਪਰ ਮੈਂ ਇੱਕ ਪਾਸੇ ਇਹ ਵੀ ਸੋਚ ਰਹੀ ਸਾਂ ਕਿ ਮੈਂ ਆਪਣੇ ਸ਼ੋਹਰ ਨੂੰ ਕਹਿਣ ਛੱਡ ਸਕਦੀ ਹਾਂ, ਕਿਉਂਕਿ ਮੇਰਾ ਸ਼ੋਹਰ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਮੈਂ ਉਹਨੂੰ ਬੋਸ ਨੂੰ ਦੱਸਿਆ, ਬੋਸ ਕਹਿੰਦਾ, ਮੈਨੇਜਰ ਕਹਿੰਦਾ ਮੈਂ ਤੈਨੂੰ ਬੜਾ ਪਿਆਰ ਕਰਾਂਗਾ। ਮੈਨੂੰ ਉਹਨੇ ਬੜਾ ਮਤਲਬ ਕਿ ਉਹਨੇ ਕੀਤਾ ਕਿ ਮੈਂ ਤੈਨੂੰ ਬੜਾ ਕੁਛ ਕਰਾਂਗਾ। ਮੈਂ ਬੜੀ ਖੁਸ਼ ਹੋ ਗਈ। ਮੇਰੇ ਸ਼ੋਹਰ ਨੇ ਮੈਨੂੰ ਐਂਡ ਤੱਕ ਮੇਰੇ ਸ਼ੋਹਰ ਨੇ ਇੱਕ ਦਿਨ ਪੁੱਛ ਲਿਆ ਕਿ ਮਰੀਮ ਤੂੰ ਲੱਗਦਾ ਕਿਸੇ ਨੂੰ ਨਾ ਬਾਹਰ ਪਿਆਰ ਕਰਨੀ ਹੈ, ਤੂੰ ਕਿਸੇ ਨਾਲ ਗੱਲਬਾਤ ਕਰਨੀ ਹੈ। ਪਹਿਲਾਂ ਤਾਂ ਮੈਂ ਉਹਨੂੰ ਮੰਨਣ ਨਹੀਂ ਦਿੱਤਾ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਹਾਂ ਮੈਂ ਕਰਨੀ ਆ। ਤੇ ਮੈਂ ਉਹਨੂੰ ਇੱਕ ਦਿਨ ਕਹਿਤਾ, ਮੈਂ ਕਿਹਾ ਮੈਂ ਤੇਰੇ ਕੋਲ ਖੁੱਲਾ ਲੈਣਾ ਹੈ। ਮੈਂ ਕਹਿੰਦਾ ਕਿ ਹੋਇਆ ਕਿ ਤੂੰ ਮੇਰੇ ਕੋਲ ਖੁੱਲਾ ਕਿਉਂ ਲੈਣਾ? ਮੈਂ ਕਿਹਾ ਮੈਂ ਕਿਸੇ ਹੋਰ ਨੂੰ ਪਸੰਦ ਕਰਨੀ ਆ। ਉਹਨੇ ਕਿਹਾ ਅਗਰ ਤੇਰੀ ਇਹ ਖੁਸ਼ੀ ਹੈ ਠੀਕ ਹੈ, ਤੂੰ ਤੁਰ ਜਾ, ਮੈਂ ਤੇਰੀ ਖੁਸ਼ੀ ਦੇ ਵਿੱਚ ਖੁਸ਼ ਹਾਂ। ਉਹਨੇ ਮੈਨੂੰ ਡਿਵੋਰਸ ਦੇ ਦਿੱਤੀ। ਮੈਂ ਅਲੀ ਦੇ ਨਾਲ ਸ਼ਾਦੀ ਕਰ ਲਈ ਤੇ ਅਲੀ ਨਾਲ ਜੋ ਸ਼ਾਦੀ ਕਰ ਲਈ। ਅਲੀ ਮੈਨੇਜਰ? ਹਾਂਜੀ, ਅਲੀ ਮੈਨੇਜਰ ਸੀ ਜਿਹਦੇ ਨਾਲ ਮੈਂ ਵਿਆਹ ਕੀਤਾ। ਸ਼ੋਹਰ ਦਾ ਨਾਂ ਕੀ ਸੀ? ਹਾਮਿਦ। ਹਾਮਿਦ ਮੇਰੇ ਸ਼ੋਹਰ ਦਾ ਨਾਂ ਸੀ, ਜਿਹੜਾ ਪਹਿਲਾ ਸ਼ੋਹਰ। ਤੇ ਅਲੀ ਦੂਜਾ ਸ਼ੋਹਰ? ਹਾਂਜੀ, ਜਿਹਦੇ ਨਾਲ ਅਲੀ ਦੇ ਨਾਲ ਵਿਆਹ ਹੋ ਗਿਆ ਤੁਹਾਡਾ? ਹਾਂਜੀ, ਅਲੀ ਦੇ ਨਾਲ। ਬੇਟੀ ਕਿੱਥੇ ਸੀ? ਬੇਟੀ ਮੈਨੂੰ ਅਲੀ ਨੇ ਕਿਹਾ ਸੀ ਕਿ ਤੂੰ ਨਾਲ ਲੈ ਕੇ ਆ ਸਕਦੀ। ਮੈਂ ਕੁਛ ਦਿਨ ਨਾਲ ਲੈ ਕੇ ਆਈ ਤੇ ਨਾਲ ਰੱਖਿਆ ਉਹਨੂੰ। ਤੇ ਬਾਅਦ 'ਚ ਮੈਨੂੰ ਅਲੀ ਨੇ ਕਿਹਾ ਕਿ ਨਹੀਂ ਮੇਰੇ ਘਰ ਵਾਲੇ ਨਹੀਂ ਮੰਨਣ ਦੇ, ਤੂੰ ਇੰਝ ਕਰ ਆਪਣੀ ਬੇਟੀ ਵਾਪਸ ਭੇਜ ਦੇ। ਮੈਂ ਵਾਪਸ ਭੇਜ ਦਿੱਤੀ ਅਲੀ ਨੂੰ, ਹਾਮਿਦ ਨੂੰ। ਮੈਂ ਕਿਹਾ ਹਾਮਿਦ ਤੂੰ ਹੁਣ ਆਪਣੀ ਬੇਟੀ ਆਪਣੇ ਕੋਲ ਰੱਖ, ਮੈਨੂੰ ਤੇਰਾ ਮਤਲਬ ਬੇਟੀ ਨਹੀਂ ਚਾਹੀਦੀ। ਉਹਨੇ ਕਿਹਾ ਠੀਕ ਹੈ, ਅਗਰ ਤੂੰ ਨਹੀਂ ਰੱਖਣਾ ਚਾਹੁੰਦੀ ਤਾਂ ਠੀਕ ਹੈ। ਮੈਂ ਬੇਟੀ ਵਾਪਸ ਘੱਲ ਦਿੱਤੀ। ਕੁਝ ਦਿਨ ਗੁਜ਼ਰੇ, ਕੁਝ ਟਾਈਮ ਗੁਜ਼ਰਦਾ ਗਿਆ। ਮਤਲਬ ਜਿਹੜਾ ਅਲੀ ਸੀ ਸਿਰਫ ਮੈਨੂੰ ਯੂਜ਼ ਕਰਦਾ ਸੀ। ਮਤਲਬ ਉਹਨੇ ਮੇਰੇ ਘਰ ਖੇਲ ਬਣਾ ਕੇ ਰੱਖ ਛੱਡਿਆ ਆਪਣੀ ਮੇਰੀ ਜ਼ਿੰਦਗੀ ਦੇ ਵਿੱਚ। ਮਤਲਬ ਕਿ ਮੈਨੂੰ ਆਪਣੇ ਤਰ੍ਹਾਂ ਜਿੰਨਾ ਕੁ ਰਾਜ ਚੁੱਕਿਆ। ਮਤਲਬ ਮੇਰਾ ਜਿਹੜਾ ਸੀ ਉਹ 5 ਤੋਂ 6 ਦਫਾ ਜਿਹੜਾ ਮਿਸਕੈਰੇਜ ਹੋ ਗਿਆ। ਮੈਂ ਜਦੋਂ ਮੇਰੇ ਇਰਦ ਗਿਰਦ ਲੋਕਾਂ ਨੂੰ ਪਤਾ ਚੱਲਿਆ ਕਿ ਮਤਲਬ ਸਹੇਲੀਆਂ ਤੁਹਾਡੇ ਸਰਕਲ ਦੇ ਲੋਕਾਂ ਨੂੰ ਪਤਾ ਚੱਲਿਆ ਕਿ ਇੰਨੀ ਵਾਰ ਮਿਸਕੈਰੇਜ ਹੋਇਆ, ਉਸ ਇਸਤੇਮਾਲ ਹੀ ਕਰ ਰਹੇ, ਤੇ ਫਿਰ ਉਸ ਤੋਂ ਬਾਅਦ ਕੀ ਹੋਇਆ? ਥੋੜੀ ਹਿੰਮਤ ਤੇ ਕਰੋ, ਕਿਉਂਕਿ ਦੇਖੋ ਨਾ ਇਹ ਤੁਹਾਡੀਆਂ, ਮੇਰੀ ਭੈਣ, ਤੁਹਾਡੀਆਂ ਹੀ ਗਲਤੀਆਂ ਦੀ ਵਜ੍ਹਾ ਤੋਂ ਇਸ ਤਰ੍ਹਾਂ ਦੇ ਮਾਮਲਾਤ ਪੇਸ਼ ਆਨੇ। ਥੋੜਾ ਜਿਹਾ 1 ਮਿੰਟ ਹਿੰਮਤ ਕਰੋ, ਦੱਸੋ ਤੁਸੀਂ ਫਿਰ ਕੀ ਹੋਇਆ ਉਸ ਤੋਂ ਬਾਅਦ? ਜਦੋਂ ਮੇਰੇ ਜਿਹੜੇ ਉਹ ਆਸ-ਪਾਸ ਦੇ ਲੋਕ ਸਨ ਉਹਨਾਂ ਨੇ ਮੈਨੂੰ ਆਖਿਆ ਕਿ ਇਹ ਤੇਰੇ ਨਾਲ ਮਰੀਮ ਸਹੀ ਨਹੀਂ ਕਰਨ ਦਿਆ, ਤੈਨੂੰ ਸਿਰਫ ਯੂਜ਼ ਕਰਨ ਦਿਆ, ਤੂੰ ਕਿਉਂ ਨਹੀਂ ਸਮਝਣ ਦੀ। ਪਰ ਮੈਂ ਉਹਦੇ ਪਿਆਰ 'ਚ ਨਹੀਂ ਕਰਨੀ ਸਾਂ ਕਿ ਮੈਨੂੰ ਕੁਛ ਨਜ਼ਰ ਨਹੀਂ ਸੀ ਆਉਂਦਾ। ਮੈਨੂੰ ਪਤਾ ਹੀ ਨਹੀਂ ਸੀ ਚੱਲਦਾ ਕਿ ਮੇਰੇ ਨਾਲ ਠੀਕ ਕਰਨ ਦਿਆ ਕਿ ਨਹੀਂ ਕਰਨ ਦਿਆ। ਤੇ ਉਹਨਾਂ ਨੇ ਮੈਨੂੰ ਆਖਿਆ ਕਿ ਸਿਰਫ ਤੈਨੂੰ ਇਸਤੇਮਾਲ ਕਰਨ ਦਿਆ, ਤੇ ਕੋਈ ਤਾਂ ਬੱਚਾ ਤੇ ਲੈਣ ਹੀ ਨਹੀਂ ਦਿਆ, ਤੇ ਤੂੰ ਕਿਉਂ ਇਹਦੇ ਨਾਲ ਮਤਲਬ ਰਿਸ਼ਤੇ ਦੇ ਵਿੱਚ। ਤੇ ਇੱਕ ਦਿਨ ਇੰਝ ਹੋਇਆ ਕਿ ਮੈਂ ਉਹਨੂੰ ਅਲੀ ਨੂੰ ਕਹਿ ਹੀ ਦਿੱਤਾ ਕਿ ਅਲੀ ਤੁਸੀਂ ਮੇਰੇ ਨਾਲ ਇੰਝ ਕਿਉਂ ਕਰਨ ਦੇ? ਤਾਂ ਉਹਨੇ ਕਿਹਾ ਕਿ ਮੈਂ ਸਿਰਫ ਤੈਨੂੰ ਇਸਤੇਮਾਲ ਕਰਨਾ ਚਾਹੁੰਦਾ ਵਾਂ, ਹੋਰ ਕੁਛ। ਮੈਂ ਕਿਹਾ ਤੁਸੀਂ ਮੇਰੇ ਨਾਲ ਇੰਝ ਕਿਉਂ ਕਰਨ ਦੇ? ਉਹਨੇ ਕਿਹਾ ਕਿ ਤੂੰ ਆਪਣੇ ਸ਼ੋਹਰ ਦੀ ਨਹੀਂ ਹੋ ਸਕੀ, ਜਿਹੜਾ ਤੈਨੂੰ ਇੰਨਾ ਪਿਆਰ ਕਰਦਾ ਸੀ, ਤੇ ਤੂੰ ਮੇਰੀ ਕੀ ਬਣੇਗੀ? ਮੈਨੂੰ ਉਹ ਸੁਣ ਕੇ ਇੰਨਾ ਦੁੱਖ ਹੋਇਆ ਕਿ ਮੈਂ ਉਹਨੂੰ ਆਖਿਆ, ਮੈਂ ਕਿਹਾ ਅਲੀ ਉਹ ਮੇਰੇ ਘਰ ਵਾਲਿਆਂ ਨੇ ਸ਼ਾਦੀ ਕਰਾ। ਉਸਨੇ ਕਿਹਾ ਅਗਰ ਤੂੰ ਆਪਣੇ ਘਰ ਵਾਲਿਆਂ ਦੀ ਨਹੀਂ ਬਣ ਸਕੀ ਤੇ ਤੂੰ ਇੱਕ ਸਿਰਫ ਪੈਸੇ ਦੇ ਲਾਲਚ ਵਿੱਚ ਤੂੰ ਮੇਰੇ ਨਾਲ ਸ਼ਾਦੀ ਕਰ ਲਈ, ਤੂੰ ਕੋਈ ਅਕਲ ਕੋਈ ਹੋਰ ਲੱਭੇਗਾ ਤਾਂ ਉਹਦੇ ਨਾਲ ਸ਼ਾਦੀ ਕਰ ਲੇਂਗੀ। ਉਹਨੇ ਮੇਰੇ 'ਤੇ ਬੜੇ ਗੰਦੇ ਇਲਜ਼ਾਮ ਲਾਏ। चलो अल्लाह आपको इज़्ज़त दे। दोस्तों, लालच बुरी बला है। ये वाक़या आपके सामने रखने का मकसद ये था कि हमारी बहन बेटियां बाहर काम पे जाती हैं, हमें चाहिए उनके मोबाइलों पे नज़र रखना, शक नहीं करना, नज़र रखना। अपने मेज़बान को इजाज़त दीजिए। खुदा हाफिज़।